ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸੰਦੀਪ ਸਿੰਘ, ਲੈਕਚਰਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ। ਆਪਾਂ ਅੱਜ ਇਲੈਕਟ੍ਰੋਨਿਕ ਡਿਵਾਈਸਿਸ ਐਂਡ ਸਰਕਿਟਸ ਦੇ ਸਬਜੈਕਟ ਬਾਰੇ ਪੜ੍ਹਾਂਗੇ। ਠੀਕ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਐਂਪਲੀਫਾਇਰ। ਐਂਪਲੀਫਾਇਰ ਕੀ ਹੁੰਦਾ? ਐਂਪਲੀਫਾਇਰ ਹੁੰਦਾ, ਫੋਰ ਐਗਜ਼ਾਮਪਲ ਆਪਾਂ ਕਿਸੇ ਵੀ ਫੰਕਸ਼ਨ 'ਤੇ ਜਾਂਦੇ ਹਾਂ ਹੈ ਨਾ, ਉੱਥੇ ਵੱਡੇ ਵੱਡੇ ਲਾਊਡ ਸਪੀਕਰਸ ਲੱਗੇ ਹੁੰਦੇ ਆ, ਉਹਨਾਂ ਦੇ ਵਿੱਚੋਂ ਆਵਾਜ਼ ਜ਼ਿਆਦਾ ਆਉਂਦੀ ਹੈ। ਕਿਉਂ ਆਉਂਦੀ ਹੈ? ਮਾਈਕ ਵਿੱਚ ਬੋਲਦੇ ਆ ਤਾਂ ਲਾਊਡ ਸਪੀਕਰ ਦੇ ਵਿੱਚ ਆਵਾਜ਼ ਜ਼ਿਆਦਾ ਆਉਂਦੀ ਹੈ। ਕਿਸ ਰੀਜ਼ਨ ਕੀ ਹੈ? ਬਿਨਾਂ ਮਾਈਕ ਤੋਂ ਬੋਲੀਏ ਜੇ ਆਪਾਂ ਨੋਰਮਲ ਬੋਲਦੇ ਹਾਂ ਤਾਂ ਆਪਣੀ ਆਵਾਜ਼ ਇੰਨੀ ਉੱਚੀ ਨਹੀਂ ਸੁਣਦੀ, ਬਟ ਜਿੱਥੇ ਜ਼ਿਆਦਾ ਲੋਕ ਇਕੱਠੇ ਹੁੰਦੇ ਆ, ਕੋਈ ਫੰਕਸ਼ਨ ਹੁੰਦਾ, ਠੀਕ ਹੈ, ਉੱਥੇ ਆਪਾਂ ਨੂੰ ਲਾਊਡ ਸਪੀਕਰ ਅਤੇ ਐਂਪਲੀਫਾਇਰ ਅਤੇ ਮਾਈਕ, ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ। ਮੇਨ ਐਂਪਲੀਫਾਇਰ ਕੀ ਕੰਮ ਕਰਦਾ? ਮਾਈਕ ਇੱਕ ਤਰ੍ਹਾਂ ਦਾ ਇਨਪੁਟ ਡਿਵਾਈਸ ਹੈ। ਮਾਈਕ ਵਿੱਚ ਬੋਲਦੇ ਹਾਂ ਆਪਾਂ, ਹੈ ਨਾ, ਉਹ ਆਵਾਜ਼ ਨੂੰ ਐਂਪਲੀਫਾਇਰ ਦੇ ਨਾਲ ਲੱਗਿਆ ਹੁੰਦਾ ਮਾਈਕ, ਠੀਕ ਹੈ। ਐਂਪਲੀਫਾਇਰ ਦੀ ਇਨਪੁਟ 'ਤੇ ਚਲਾ ਜਾਂਦਾ ਉਹ, ਠੀਕ ਹੈ। ਜੋ ਵੀ ਆਪਾਂ ਬੋਲਦੇ ਹਾਂ ਮਾਈਕ ਦੇ ਥਰੂ, ਐਂਪਲੀਫਾਇਰ ਦੀ ਇਨਪੁਟ 'ਤੇ ਚਲਾ ਜਾਂਦਾ। ਮਤਲਬ ਆਪਣਾ ਵੋਇਸ ਸਿਗਨਲ ਹੈ ਜਿਹੜਾ, ਆਡੀਓ ਸਿਗਨਲ ਆ, ਉਹ ਕਾਹਦੇ 'ਚ ਕਨਵਰਟ ਹੋ ਗਿਆ? ਇਲੈਕਟ੍ਰੀਕਲ ਸਿਗਨਲ 'ਚ ਕਨਵਰਟ ਕਰ ਦਿੰਦਾ ਮਾਈਕ, ਠੀਕ ਹੈ। ਫਿਰ ਉਹ ਇਲੈਕਟ੍ਰੀਕਲ ਸਿਗਨਲ ਐਂਪਲੀਫਾਇਰ ਕੀ ਕਰਦਾ? ਉਹਨੂੰ ਐਂਪਲੀਫਾਈ ਕਰ ਦਿੰਦਾ, ਠੀਕ ਹੈ। ਉਹਨੂੰ ਉਹਦੀ ਸਟਰੈਂਥ ਨੂੰ ਵਧਾ ਦਿੰਦਾ, ਉਹਦੇ ਐਂਪਲੀਟਿਊਡ ਨੂੰ। ਮੇਨ ਰੀਜ਼ਨ ਇੱਕ ਜਿਹੜਾ ਟੈਕਨੀਕਲੀ ਵਰਡ ਹੁੰਦਾ, ਐਂਪਲੀਟਿਊਡ ਨੂੰ ਉਸ ਸਿਗਨਲ ਦੇ ਇਨਕਰੀਜ਼ ਕਰ ਦਿੰਦਾ, ਠੀਕ ਹੈ। ਉਹ ਐਂਪਲੀਟਿਊਡ ਇਨਕਰੀਜ਼ ਹੋਣ ਤੋਂ ਬਾਅਦ ਕੀ ਹੈ? ਉਹ ਐਂਪਲੀਫਾਇਰ ਦੀ ਆਊਟਪੁੱਟ 'ਤੇ ਕੀ ਲੱਗਿਆ ਹੁੰਦਾ? ਲਾਊਡ ਸਪੀਕਰ। ਲਾਊਡ ਸਪੀਕਰ ਦੇ ਥਰੂ ਆਪਾਂ ਨੂੰ ਫਿਰ ਲਾਊਡ ਸਪੀਕਰ ਕੀ ਕਰਦਾ? ਉਹ ਇਲੈਕਟ੍ਰੀਕਲ ਸਿਗਨਲ ਨੂੰ ਮਤਲਬ ਆਡੀਓ ਸਿਗਨਲ ਦੇ ਵਿੱਚ ਦੁਬਾਰਾ ਕਨਵਰਟ ਕਰ ਦਿੰਦਾ। ਅਤੇ ਉਹ ਜ਼ਿਆਦਾ ਵੋਇਸ ਕਿਉਂ ਹੁੰਦੀ ਹੈ ਉਹਦੀ, ਜ਼ਿਆਦਾ ਲਾਊਡ ਕਿਉਂ ਹੁੰਦਾ? ਕਿਉਂਕਿ ਉਹ ਸਿਗਨਲ ਦੀ ਸਟਰੈਂਥ ਹੈ ਜਿਹੜੀ ਇਨਕਰੀਜ਼ ਹੋਈ ਹੁੰਦੀ ਹੈ। ਉਹ ਕੌਣ ਕਰਦਾ? ਜਿਹੜਾ ਵਿੱਚ ਲੱਗਿਆ ਹੁੰਦਾ ਐਂਪਲੀਫਾਇਰ ਸਟੇਜ, ਠੀਕ ਹੈ। ਮੇਨ ਪ੍ਰੈਕਟੀਕਲ ਐਗਜ਼ਾਮਪਲ ਇਹ ਆ। ਹੁਣ ਐਂਪਲੀਫਾਇਰ ਵਾਸਤੇ ਆਪਾਂ ਪੜ੍ਹਦੇ ਹਾਂ ਕੀ ਹੁੰਦਾ ਹੈ। ਐਂਪਲੀਫਾਇਰ ਇੱਕ ਡਿਵਾਈਸ ਹੈ ਜਿਹੜਾ ਇਨਕਰੀਜ਼ ਕਰ ਦਿੰਦਾ ਐਂਪਲੀਟਿਊਡ ਆਫ ਇਨਪੁਟ ਸਿਗਨਲ, ਠੀਕ ਹੈ। ਇੰਨਾ ਕੁ ਤਾਂ ਆਪਾਂ ਸਮਝ ਲੱਗ ਗਈ ਨਾ। ਐਂਪਲੀਟਿਊਡ ਸਿਗਨਲ ਦਾ ਇੱਕ ਤਰ੍ਹਾਂ ਦਾ, ਫੋਰ ਐਗਜ਼ਾਮਪਲ ਤੁਹਾਨੂੰ ਮੈਂ ਇੱਥੇ ਡਰੋ ਕਰਕੇ ਦੱਸਦਾ, ਠੀਕ ਹੈ। ਆਹ ਸਿਗਨਲ ਹੈ, ਕੋਈ ਵੀ ਆਡੀਓ ਸਿਗਨਲ ਹੈ, ਸਾਈਨ ਵੇਵ ਹੁੰਦੀ ਹੈ, ਠੀਕ ਹੈ। ਇਹਦਾ ਆਹ ਵਾਲਾ ਪਾਰਟ ਹੈ, ਜਿਵੇਂ ਫੋਰ ਐਗਜ਼ਾਮਪਲ 5 ਵੋਲਟ ਲਿਖ ਦਈਏ, ਇਹ ਹੁੰਦਾ ਐਂਪਲੀਟਿਊਡ, ਠੀਕ ਹੈ। ਇਹ ਐਂਪਲੀਫਾਇਰ ਕੀ ਕਰ ਦਿੰਦਾ? ਇਹਦੇ ਵਿਚਕਾਰ ਇਸ ਐਂਪਲੀਟਿਊਡ ਨੂੰ ਇਨਕਰੀਜ਼ ਕਰ ਦਿੰਦਾ, ਠੀਕ ਹੈ। ਇਸ ਐਂਪਲੀਟਿਊਡ ਨੂੰ ਫੋਰ ਐਗਜ਼ਾਮਪਲ ਐਂਪਲੀਫਾਇਰ ਨੇ ਐਂਪਲੀਫਾਈ ਕਰਕੇ ਇਸ ਤਰ੍ਹਾਂ ਇਹਦਾ ਐਂਪਲੀਟਿਊਡ ਇਨਕਰੀਜ਼ ਕਰਤਾ, ਅਤੇ ਇਹਦਾ ਐਂਪਲੀਟਿਊਡ ਕਿੰਨਾ ਹੋ ਗਿਆ? 10 ਵੋਲਟ, ਠੀਕ ਹੈ। 5 ਤੋਂ 10 ਵੋਲਟ ਕੌਣ ਕਰੂਗਾ? ਐਂਪਲੀਫਾਇਰ, ਠੀਕ ਹੈ। ਨੈਕਸਟ ਪੁਆਇੰਟ ਕੀ ਹੈ? ਇਟ ਕੈਨ ਬੀ ਆਫ ਸਿੰਗਲ ਸਟੇਜ ਐਂਪਲੀਫਾਇਰ ਐਂਡ ਮਲਟੀ ਸਟੇਜ। ਹੁਣ ਤੁਸੀਂ ਸਮਝ ਸਕਦੇ ਹੋ ਸਿੰਗਲ ਸਟੇਜ ਐਂਪਲੀਫਾਇਰ ਕੀ ਕਰੂਗਾ। ਸਿੰਗਲ ਸਟੇਜ ਐਂਪਲੀਫਾਇਰ ਉਹ ਹੁੰਦਾ ਜਿਹਦੇ 'ਚ ਇੱਕ ਸਟੇਜ ਲੱਗੀ ਹੋਊਗੀ, ਜਿਹੜਾ ਕਿ ਫੋਰ ਐਗਜ਼ਾਮਪਲ ਆਪਾਂ ਨੂੰ 5 ਵੋਲਟ ਇਨਪੁਟ ਸਿਗਨਲ ਦੇਤਾ ਆਪਾਂ ਕਿਸੇ ਵੀ ਐਂਪਲੀਫਾਇਰ ਨੂੰ, ਠੀਕ ਹੈ। ਉਹਨੇ ਕੀ ਕਰਦਾ? 5 ਵੋਲਟ ਤੋਂ 10 ਵੋਲਟ ਕਰਤਾ, ਠੀਕ ਹੈ। ਉਹ ਹੋ ਗਿਆ ਸਿੰਗਲ ਸਟੇਜ ਐਂਪਲੀਫਾਇਰ ਦਾ ਕੰਮ। ਬਟ ਆਪਾਂ ਨੂੰ ਹੁਣ ਕੀ ਹੈ? 10 ਵੋਲਟ ਤੋਂ ਜ਼ਿਆਦਾ ਵੋਲਟੇਜ ਚਾਹੀਦੀ ਹੈ। ਫੋਰ ਐਗਜ਼ਾਮਪਲ ਆਪਾਂ ਨੂੰ 20 ਵੋਲਟ ਚਾਹੀਦੀ ਹੈ, ਤਾਂ ਆਪਾਂ ਕੀ ਕਰਾਂਗੇ? ਉਹੀ ਸੇਮ ਸਟੇਜ, ਠੀਕ ਹੈ, ਉਹੀ ਸੇਮ ਸਟੇਜ ਤੋਂ ਬਾਅਦ ਇੱਕ ਹੋਰ ਸਟੇਜ, ਉਸੇ ਤਰ੍ਹਾਂ ਦੀ ਸਟੇਜ ਅੱਗੇ ਕਨੈਕਟ ਕਰ ਦਾਂਗੇ। ਪਹਿਲੀ ਸਟੇਜ ਦੀ ਆਊਟਪੁੱਟ 'ਤੇ ਦੂਜੀ ਸਟੇਜ ਦੀ ਇਨਪੁੱਟ ਨੂੰ ਜੋੜ ਦਾਂਗੇ, ਠੀਕ ਹੈ। ਬਟ ਉਹਦੇ ਵਿੱਚ ਆਪਾਂ ਨੂੰ ਕੀ ਆ? ਉਹਨੂੰ ਜੋੜ ਤਾਂ ਦੇਵਾਂਗੇ ਪਹਿਲੇ ਦੀ ਆਊਟਪੁੱਟ ਨੂੰ ਦੂਜੇ ਦੀ ਇਨਪੁੱਟ ਨਾਲ, ਠੀਕ ਹੈ। ਬਟ ਉਹਦੇ 'ਚ ਵੀ ਨਾ, ਜਦੋਂ ਜੋੜਾਂਗੇ, ਉਹਨੂੰ ਕਨੈਕਟ ਕਰਾਂਗੇ ਪਹਿਲੀ ਸਟੇਜ ਨੂੰ ਦੂਜੀ ਸਟੇਜ ਨਾਲ, ਉਹਨੂੰ ਕਪਲਿੰਗ ਕਹਿੰਦੇ ਆ। ਜੋੜਨ ਨੂੰ ਕਪਲਿੰਗ ਕਹਿੰਦੇ ਆ, ਠੀਕ ਹੈ। ਉਹ 3 ਤਰ੍ਹਾਂ ਦੀ ਕਪਲਿੰਗ ਹੁੰਦੀ ਹੈ ਆਪਣੇ ਕੋਲੇ। ਕਿਹੜੀ ਹੁੰਦੀ ਹੈ? ਇੱਕ ਤਾਂ ਰਜਿਸਟਰ ਕਪੈਸਿਟਰ ਲਗਾ ਕੇ, ਦੂਸਰਾ ਹੈਗਾ ਟਰਾਂਸਫਾਰਮਰ ਲਗਾ ਕੇ, ਤੀਸਰਾ ਹੈਗਾ ਡਾਇਰੈਕਟ ਕਪਲਿੰਗ, ਠੀਕ ਹੈ। 3 ਤਰ੍ਹਾਂ ਦੀ ਕਪਲਿੰਗ ਯੂਜ਼ ਕਰਦੇ ਹਾਂ, ਠੀਕ ਹੈ। ਹੁਣ ਕਹਿੰਦੇ ਵੀ ਆਪਾਂ ਨੂੰ ਗੇਨ ਆਫ ਸਿੰਗਲ ਸਟੇਜ ਇਜ਼ ਨਾਟ ਸਫੀਸ਼ੀਐਂਟ ਫॉर ਪ੍ਰੈਕਟੀਕਲ ਐਪਲੀਕੇਸ਼ਨ। ਕਹਿੰਦੇ ਆਪਣੇ ਕੋਲ ਸਿੰਗਲ ਸਟੇਜ ਆ ਜਿਹੜਾ ਐਂਪਲੀਫਾਇਰ, ਉਹਦਾ ਜਿਹੜਾ ਗੇਨ ਹੋਊਗਾ, ਫੋਰ ਐਗਜ਼ਾਮਪਲ 5 ਵੋਲਟ ਨੂੰ ਉਹਨੇ 10 ਕਰਤਾ, ਤਾਂ ਉਹਦਾ ਗੇਨ ਕਿੰਨਾ ਹੋ ਗਿਆ? 2, ਠੀਕ ਹੈ। ਉਹਦਾ ਗੇਨ ਹੈ, ਕਹਿੰਦੇ ਉਹ ਉਨਾ ਸਫੀਸ਼ੀਐਂਟ ਨਹੀਂ ਹੈਗਾ ਪ੍ਰੈਕਟੀਕਲ ਐਪਲੀਕੇਸ਼ਨ ਵਾਸਤੇ। ਮਤਲਬ ਆਪਣੇ ਕੋਲੇ ਕੀ ਆਪਾਂ ਨੂੰ ਚਾਹੀਦੀ ਤਾਂ 20 ਵੋਲਟ ਹੈ, ਪਰ ਉਹ ਆਪਾਂ ਨੂੰ ਆਊਟਪੁੱਟ 'ਤੇ ਪਹਿਲੀ ਸਟੇਜ ਦੇ ਕੀ ਆ ਰਿਹਾ? 10 ਵੋਲਟ, ਠੀਕ ਹੈ। ਇਸੇ ਕਰਕੇ ਆਪਾਂ ਨੂੰ ਮਲਟੀ ਸਟੇਜ ਐਂਪਲੀਫਾਇਰ ਯੂਜ਼ ਕਰਨੇ ਪੈਂਦੇ ਆ, ਠੀਕ ਹੈ। ਮਲਟੀ ਸਟੇਜ ਕੀ ਹੈ? ਉਹੀ 2 ਸਟੇਜਾਂ ਜਾਂ 3 ਸਟੇਜਾਂ ਜਾਂ 4 ਸਟੇਜਾਂ, ਆਪਾਂ ਸਟੇਜ ਤੋਂ ਬਾਅਦ ਸਟੇਜ ਕਨੈਕਟ ਕਰ ਸਕਦੇ ਹਾਂ, ਜਿਹਦੇ ਨਾਲ ਆਪਣਾ ਕੀ ਹੈ? ਵੋਲਟੇਜ ਗੇਨ ਹੈ ਇਨਕਰੀਜ਼ ਹੋ ਜਾਂਦਾ, ਠੀਕ ਹੈ। ਅਤੇ ਆਪਣੇ ਉਸ ਹਿਸਾਬ ਨਾਲ ਆਊਟਪੁੱਟ ਵੀ ਇਨਕਰੀਜ਼ ਹੋ ਜਾਂਦੀ ਹੈ। ਵੋਲਟੇਜ ਲੈਵਲ ਆਫ ਏ ਸਿਗਨਲ ਕੈਨ ਬੀ ਇਨਕਰੀਜ਼ਡ ਟੂ ਡਿਜ਼ਾਇਰਡ ਲੈਵਲ ਇਫ ਵੀ ਯੂਜ਼ ਮੋਰ ਦੈਨ 1 ਸਟੇਜ, ਠੀਕ ਹੈ। ਵੋਲਟੇਜ ਲੈਵਲ ਆਪਾਂ ਸਿਗਨਲ ਦਾ ਆਪਦੇ ਡਿਜ਼ਾਇਰਡ ਲੈਵਲ ਤੱਕ ਇਨਕਰੀਜ਼ ਕਰ ਸਕਦੇ ਹਾਂ, ਉਹ ਤੋਂ ਅੱਗੇ ਇੱਕ ਤੋਂ ਇੱਕ ਸਟੇਜ ਲਗਾ ਕੇ।
ਠੀਕ ਹੈ। ਹੁਣ ਆਪਾਂ ਨੂੰ ਮਲਟੀ ਸਟੇਜ ਐਂਪਲੀਫਾਇਰ ਦੀ ਲੋੜ ਕਿਉਂ ਪਈ? ਇਹ ਮੇਨ ਇਹਦਾ ਕੰਮ ਉਹੀ ਹੈ ਜਿਹੜਾ ਆਪਾਂ ਨੋਰਮਲ ਗੱਲ ਕਰ ਚੁੱਕੇ ਹਾਂ, ਠੀਕ ਹੈ, ਇਜ਼ ਟੂ ਰੇਜ਼ ਦਾ ਸਟਰੈਂਥ ਆਫ ਵੀਕ ਸਿਗਨਲ ਟੂ ਸੈਵਰਲ ਵੋਲਟ ਸਿਗਨਲ, ਠੀਕ ਹੈ। ਇੱਕ ਤਾਂ ਵੀਕ ਸਿਗਨਲ ਉਹਦੀ ਸਟਰੈਂਥ ਨੂੰ ਵਧਾਉਣਾ, ਮਤਲਬ ਐਂਪਲੀਟਿਊਡ ਨੂੰ ਇਨਕਰੀਜ਼ ਕਰਨਾ, ਠੀਕ ਹੈ। ਗੇਨ ਆਫ ਸਿੰਗਲ ਸਟੇਜ ਐਂਪਲੀਫਾਇਰ ਇਜ਼ ਨਾਟ ਸਫੀਸ਼ੀਐਂਟ, ਹੈਂਸ 2 or more ਸਟੇजेस ਆਫ ਐਂਪਲੀਫਾਇਰ ਆਰ ਯੂਜ਼ ਟੂ ਐਂਪਲੀਫਾਈ ਦਾ ਵੀਕ ਸਿਗਨਲ, ਠੀਕ ਹੈ। ਮਤਲਬ ਸਿੰਗਲ ਸਟੇਜ ਦਾ ਗੇਨ ਆਪਾਂ ਨੂੰ ਸਫੀਸ਼ੀਐਂਟ ਨਹੀਂ ਹੁੰਦਾ, ਇਸੇ ਕਰਕੇ ਆਪਾਂ ਨੂੰ 2 ਜਾਂ 2 ਤੋਂ ਜ਼ਿਆਦਾ ਸਟੇਜਾਂ ਦਾ ਯੂਜ਼ ਕਰਨਾ ਪੈਂਦਾ, ਸਟੇਜਿਸ ਦਾ, ਠੀਕ ਹੈ। ਮਲਟੀ ਸਟੇਜ ਐਂਪਲੀਫਾਇਰ ਆਰ ਆਲਸੋ ਯੂਜ਼ਡ ਇਨ ਸਮ ਐਪਲੀਕੇਸ਼ਨ ਟੂ ਇੰਪਰੂਵ ਇਨਪੁਟ ਇੰਪੀਡੈਂਸ ਐਂਡ ਆਊਟਪੁੱਟ ਇੰਪੀਡੈਂਸ ਆਫ ਸਰਕਿਟ। ਇਹ ਆਪਾਂ ਮਤਲਬ ਇਨਪੁਟ ਇੰਪੀਡੈਂਸ ਜਿਹੜੀ ਹੁੰਦੀ ਹੈ ਸੈਕਿੰਡ ਸਟੇਜ ਦੀ, ਅਤੇ ਆਊਟਪੁੱਟ ਇੰਪੀਡੈਂਸ ਹੁੰਦੀ ਹੈ ਜਿਹੜੀ ਫਸਟ ਸਟੇਜ ਦੀ, ਇਹਨਾਂ ਨੂੰ ਮੈਚਿੰਗ ਵਾਸਤੇ ਵੀ, ਇੰਪੀਡੈਂਸ ਮੈਚਿੰਗ ਵਾਸਤੇ ਵੀ ਯੂਜ਼ ਕਰਦੇ ਹਾਂ। ਹੁਣ ਆਪਣੇ ਕੋਲ ਆ ਗਿਆ ਟਾਈਪਸ ਆਫ ਕਪਲਿੰਗ ਇਨ ਮਲਟੀ ਸਟੇਜ। ਹੁਣ ਆਪਾਂ ਪੜ੍ਹਿਆ ਤਾਂ ਸੀਗਾ ਵੀ 2 ਸਟੇਜਿਸ ਨੂੰ ਆਪਾਂ ਕਨੈਕਟ ਕਰ ਦਿੰਦੇ ਹਾਂ। ਹੁਣ ਉਹ 2 ਸਟੇਜਿਸ ਨੂੰ ਕਨੈਕਟ ਕਿਵੇਂ ਕਰਾਂਗੇ, ਮਤਲਬ ਉਹਦੇ ਵਿਚਕਾਰ ਜਿਹੜਾ ਕਪਲਿੰਗ ਡਿਵਾਈਸਿਸ ਹੁੰਦੇ ਆ ਉਹ ਕਿਹੜੇ ਕਿਹੜੇ ਯੂਜ਼ ਕਰਾਂਗੇ, ਠੀਕ ਹੈ। ਇਨ ਮਲਟੀ ਸਟੇਜ ਐਂਪਲੀਫਾਇਰ ਆਊਟਪੁੱਟ ਸਿਗਨਲ ਆਫ ਪ੍ਰੋਸੀਡਿੰਗ ਸਟੇਜ ਇਜ਼ ਟੂ ਬੀ ਕਨੈਕਟਡ ਟੂ ਇਨਪੁਟ ਆਫ ਨੈਕਸਟ ਸਟੇਜ। ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਪਹਿਲੀ ਸਟੇਜ ਦੀ ਜਿਹੜੀ ਆਊਟਪੁੱਟ ਹੋਊਗੀ ਉਹਨੂੰ ਆਪਾਂ ਕਿਹਦੇ ਨਾਲ ਕਨੈਕਟ ਕਰਾਂਗੇ, ਨੈਕਸਟ ਸਟੇਜ ਦੀ ਇਨਪੁਟ ਨਾਲ, ਠੀਕ ਹੈ। ਅਤੇ ਇਹਨਾਂ ਨੂੰ ਕਨੈਕਟ ਕਿੱਦਾਂ ਕਰਨਾ, ਕਿਹੜੀਆਂ ਟੈਕਨੀਕਸ ਆ ਉਹ? ਇੱਕ ਫਸਟ ਹੈਗੀ ਆ RC ਕਪਲਿੰਗ, ਸੈਕਿੰਡ ਹੈਗੀ ਹੈ ਟਰਾਂਸਫਾਰਮਰ ਕਪਲਿੰਗ, ਥਰਡ ਹੈਗੀ ਹੈ ਡਾਇਰੈਕਟ ਕਪਲਿੰਗ। ਮਤਲਬ ਜਿੱਥੇ ਆਪਾਂ ਕੁਛ ਵੀ ਨਹੀਂ ਯੂਜ਼ ਕਰਾਂਗੇ, ਨਾ ਤਾਂ RC ਯੂਜ਼ ਕਰਾਂਗੇ ਨਾ ਟਰਾਂਸਫਾਰਮਰ ਯੂਜ਼ ਕਰਾਂਗੇ, ਉੱਥੇ ਸਿੱਧੀ ਪਹਿਲੀ ਸਟੇਜ ਦੀ ਆਊਟਪੁੱਟ ਨੂੰ ਦੂਸਰੀ ਸਟੇਜ ਦੀ ਇਨਪੁਟ ਨਾਲ ਡਾਇਰੈਕਟ ਕਨੈਕਟ ਕਰ ਦਾਂਗੇ, ਠੀਕ ਹੈ। ਥਰਡ ਟਾਈਪ ਹੈ ਡਾਇਰੈਕਟ ਕਪਲਿੰਗ। ਹੁਣ ਆਪਾਂ ਇਹਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ RC ਕਪਲਿੰਗ ਪੜ੍ਹਾਂਗੇ, ਠੀਕ ਹੈ। 2 ਸਟੇਜ RC ਕਪਲਡ ਐਂਪਲੀਫਾਇਰ ਦਾ ਡਾਇਗਰਾਮ ਹੈ ਇਹ, ਧਿਆਨ ਨਾਲ ਦੇਖੋ, ਠੀਕ ਹੈ। ਆਪਾਂ ਹੁਣ ਮੈਂ ਤੁਹਾਨੂੰ ਡਰਾ ਕਰਕੇ ਦੱਸਦਾ, ਠੀਕ ਹੈ। ਇਹਦੀ ਫਸਟ ਸਟੇਜ ਇੱਥੋਂ ਤੱਕ ਬਣਦੀ ਹੈ, ਠੀਕ ਹੈ। ਦਿਸ ਇਜ਼ ਕਾਲਡ ਐਜ਼ ਦ ਫਸਟ ਸਟੇਜ ਆਫ RC ਕਪਲਡ ਐਂਪਲੀਫਾਇਰ। ਹੁਣ ਸੈਕਿੰਡ ਸਟੇਜ ਇਹਦੀ ਇੱਥੋਂ ਤੱਕ ਬਣਦੀ ਹੈ, ਦਿਸ ਇਜ਼ ਕਾਲਡ ਐਜ਼ ਸੈਕਿੰਡ ਸਟੇਜ ਆਫ RC ਕਪਲਡ ਐਂਪਲੀਫਾਇਰ। ਸਮਝ ਗਏ ਨਾ ਤੁਸੀਂ ਸਾਰੇ? ਦੇਖੋ ਦੋਨੇ ਸਟੇਜਿਸ ਜੋ ਵੀ ਮੈਂ ਡਰਾ ਕੀਤੀ ਹੈ ਇਹਦੇ ਉੱਪਰ, ਦੋਨਾਂ ਨੂੰ ਕੰਪੇਅਰ ਕਰਕੇ ਦੇਖੋ, ਦੋਨੇ ਸੇਮ ਹੈ, ਠੀਕ ਹੈ। ਇਹਦੇ ਵਿੱਚ ਕੁਛ ਨਹੀਂ, ਪਹਿਲੀ ਸਟੇਜ ਦੇਖੋ, ਇਹਦੇ ਵਿੱਚ ਟਰਾਂਜ਼ਿਸਟਰ ਲੱਗਿਆ ਹੋਇਆ ਜਿਹੜਾ ਕਿ ਐਂਪਲੀਫਾਇਰ ਦਾ ਕੰਮ ਕਰਦਾ, ਠੀਕ ਹੈ। ਜਿਹੜੇ 2 ਰਜਿਸਟਰਸ ਲੱਗੇ ਨੇ R1 ਅਤੇ R2, ਦੀਜ਼ ਆਰ ਯੂਜ਼ਡ ਫॉर ਬਾਈਸਿੰਗ, ਠੀਕ ਹੈ। ਬਾਈਸਿੰਗ ਲਈ ਯੂਜ਼ ਕਰਦੇ ਇਹਨਾਂ ਨੂੰ ਆਪਾਂ। ਬਾਈਸਿੰਗ ਤੁਹਾਨੂੰ ਮਤਲਬ ਬੇਸਿਕਲੀ ਆਪਾਂ ਪੜ੍ਹਿਆ ਸੀਗਾ, ਠੀਕ ਹੈ, ਕਿ ਕਿਊ ਪੁਆਇੰਟ ਹੁੰਦਾ ਜਿਹੜਾ ਆਪਰੇਟਿੰਗ ਪੁਆਇੰਟ ਹੁੰਦਾ, ਉਹਨੂੰ ਐਕਟਿਵ ਰੀਜਨ 'ਚ ਰਹਿਣਾ ਜ਼ਰੂਰੀ ਹੁੰਦਾ ਜੇ ਟਰਾਂਜ਼ਿਸਟਰ ਵਰਕ ਐਜ਼ ਏ ਐਂਪਲੀਫਾਇਰ ਕੰਮ ਕਰੇ, ਠੀਕ ਹੈ। ਇਸੇ ਕਰਕੇ ਬਾਈਸਿੰਗ ਲਈ R1 ਐਂਡ R2, RE ਐਂਡ CE, ਇਹ 4 ਮਤਲਬ ਜਿਹੜਾ ਐਮੀਟਰ ਰਜਿਸਟਰ, ਐਮੀਟਰ ਕਪੈਸਿਟਰ ਅਤੇ R1 ਅਤੇ R2 ਪੋਟੈਂਸ਼ੀਅਲ ਡਿਵਾਈਡਰ ਬਾਈਸਿੰਗ ਕਹਿੰਦੇ ਆ ਇਹਨੂੰ, ਠੀਕ ਹੈ। ਇਹ ਯੂਜ਼ ਕਰਦੇ ਆ ਤਾਂ ਕਿ ਕਿਊ ਪੁਆਇੰਟ ਹੈ ਜਿਹੜਾ ਆਪਣਾ ਐਕਟਿਵ ਰੀਜਨ 'ਚ ਰਵੇ, ਠੀਕ ਹੈ। ਹੁਣ ਆ ਹੈਗਾ ਇਨਪੁਟ ਸਿਗਨਲ, ਠੀਕ ਹੈ। ਇੱਥੇ ਆਪਾਂ ਇਨਪੁਟ ਅਪਲਾਈ ਕਰੀ ਹੋਈ ਹੈ। ਹੁਣ ਆਪਣੇ ਕੋਲ ਇੱਥੇ ਕੀ ਹੈ, AC ਪਲੱਸ DC ਇਨਪੁਟ 'ਤੇ ਦੋਨੇ ਸਿਗਨਲ ਜਾਂਦੇ ਆ, ਠੀਕ ਹੈ। ਬਟ ਇਹਦੇ ਇਨਪੁਟ 'ਤੇ, ਟਰਾਂਜ਼ਿਸਟਰ ਦੇ ਇਨਪੁਟ 'ਤੇ ਜਿਹੜਾ ਬੇਸ ਟਰਮੀਨਲ ਹੈ, ਇੱਥੇ ਸਿਗਨਲ ਕਿਹੜਾ ਜਾਊਗਾ, ਸਿਰਫ AC ਸਿਗਨਲ, ਠੀਕ ਹੈ। ਲੈਟ ਮੀ ਇਰੇਜ਼, ਠੀਕ ਹੈ। ਦੇਖੋ ਆਪਾਂ ਦੁਬਾਰਾ ਡਰਾ ਕਰਦੇ ਹਾਂ, AC ਪਲੱਸ DC ਇਨਪੁਟ 'ਤੇ ਜਾਊਗਾ, ਬਟ ਇੱਥੇ ਕੀ ਜਾਊਗਾ, ਇਕੱਲਾ AC ਸਿਗਨਲ। ਕਿਉਂ? ਕਿਉਂਕਿ ਜਿਹੜਾ ਕਪੈਸਿਟਰ ਹੈ ਨਾ, ਆਹ ਵਾਲਾ ਕਪੈਸਿਟਰ ਹੈ, ਠੀਕ ਹੈ, ਇਹਨੇ ਸਿਰਫ AC ਪਾਸ ਕਰਨੀ ਹੈ, ਇਹਨੇ DC ਨੂੰ ਬਲੌਕ ਕਰ ਦੇਣਾ, ਠੀਕ ਹੈ। ਅਗਰ DC ਆ ਗਈ ਨਾ ਇਨਪੁਟ 'ਤੇ ਟਰਾਂਜ਼ਿਸਟਰ ਦੇ, ਤਾਂ ਸਿਗਨਲ ਆਪਣਾ ਜਿਹੜਾ ਐਂਪਲੀਫਾਈ ਹੋਣਾ ਨਾ, ਉਹ ਐਂਪਲੀਫਾਈ ਤਾਂ ਹੋ ਜਾਊਗਾ ਬਟ ਉਹਦੇ ਵਿੱਚ ਡਿਸਟੋਰਸ਼ਨ ਆ ਜਾਊਗੀ, ਠੀਕ ਹੈ। ਇਸੇ ਕਰਕੇ ਕੀ ਆ, ਕਪੈਸਿਟਰ ਲਗਾਏ ਹੋਏ ਆ ਇਨਪੁਟ 'ਤੇ, ਫਿਰ ਜਿਹੜਾ ਆਊਟਪੁੱਟ 'ਤੇ ਕਪਲਿੰਗ ਕਪੈਸਿਟਰ ਲਗਾਇਆ ਹੋਇਆ, ਇਹਦਾ ਸੇਮ ਫੰਕਸ਼ਨ ਹੈ। ਇਹਨੇ ਕੀ ਕਰਨਾ, ਜਿਹੜਾ ਇੱਥੇ ਕਲੈਕਟਰ ਟਰਮੀਨਲ ਆ ਵਾਲਾ, ਠੀਕ ਹੈ, ਕਲੈਕਟਰ ਟਰਮੀਨਲ ਆ ਨਾ ਆਹ ਵਾਲਾ, ਇਹਦੇ 'ਤੇ ਆਊਟਪੁੱਟ ਆ ਜੂਗੀ ਆਪਣੇ ਕੋਲ, ਇੱਥੋਂ ਆਪਾਂ ਆਊਟਪੁੱਟ ਸਿਗਨਲ ਕਲੈਕਟ ਕਰਾਂਗੇ, ਠੀਕ ਹੈ। ਬਟ ਉਹਦੇ 'ਚ ਕੀ ਹੈ, DC ਕੰਪੋਨੈਂਟ ਫਿਰ ਵੀ ਕਿਤੇ ਮਿਕਸ ਨਾ ਹੋ ਜੇ, ਇਸੇ ਕਰਕੇ ਕਪਲਿੰਗ ਕਪੈਸਿਟਰ ਯੂਜ਼ ਕੀਤਾ ਹੋਇਆ। ਕਪਲਿੰਗ ਕਪੈਸਿਟਰ ਕੀ ਕਰੂਗਾ, ਉਹ DC ਸਿਗਨਲ ਨੂੰ ਜੋ ਵੀ ਆਇਆ ਉਹਨੂੰ ਬਲੌਕ ਕਰ ਦੂਗਾ, ਅਤੇ ਆਊਟਪੁੱਟ 'ਤੇ, ਪਹਿਲੀ ਸਟੇਜ ਦੀ ਆਊਟਪੁੱਟ 'ਤੇ ਮਤਲਬ AC ਸਿਗਨਲ ਪਾਸ ਕਰ ਦੂਗਾ, ਠੀਕ ਹੈ। ਸੇਮ ਫੰਕਸ਼ਨ ਦੂਸਰੀ ਸਟੇਜ ਦਾ। ਪਹਿਲੀ ਸਟੇਜ ਨੇ ਕੀ ਕਰਨਾ, ਪਹਿਲਾਂ ਸਿਗਨਲ ਨੂੰ
ਇੱਥੇ 5 ਵੋਲਟ ਦਿੱਤਾ ਹੋਇਆ ਫੋਰ ਐਗਜ਼ਾਮਪਲ, 1 ਮਿੰਟ, ਠੀਕ ਹੈ। ਇੱਥੇ 5 ਵੋਲਟ ਸਿਗਨਲ ਦਿੱਤਾ ਹੋਇਆ, ਇੱਥੇ ਕੀ ਆ ਗਿਆ ਆਪਣੇ ਕੋਲੇ 10 ਵੋਲਟ, ਠੀਕ ਹੈ। ਇੱਥੇ ਕਿੰਨਾ ਆਊਗਾ 20 ਵੋਲਟ। ਇਹ ਮੈਂ ਐਗਜ਼ਾਮਪਲ ਦੇ ਰਿਹਾ, ਠੀਕ ਹੈ। 5 10 ਤੇ 20 ਦੀ ਇੱਕ ਤਰ੍ਹਾਂ ਦੀ ਐਗਜ਼ਾਮਪਲ ਦੇ ਰਿਹਾ। ਤਾਂ ਇਸ ਐਂਪਲੀਫਾਇਰ ਦਾ ਵੋਲਟੇਜ ਗੇਨ ਕਿੰਨਾ ਹੋਇਆ 2, ਠੀਕ ਹੈ। ਆਪਣੇ ਕੋਲੇ ਕਿੰਨਾ ਆ ਗਿਆ 10 ਵੋਲਟ। 5 ਵੋਲਟ ਆਪਾਂ ਪਹਿਲੀ ਸਟੇਜ 'ਤੇ ਇਨਪੁਟ 'ਤੇ ਦਿੱਤਾ ਸੀ। ਹੁਣ ਇਹੀ 10 ਵੋਲਟ ਅਗਲੇ ਐਂਪਲੀਫਾਇਰ ਦੀ ਇਨਪੁਟ 'ਤੇ ਦਿੱਤਾ, ਉਹਦਾ ਵੋਲਟੇਜ ਗੇਨ ਕਿੰਨਾ 2। ਤਾਂ ਆਪਣੇ ਕੋਲ ਆਊਟਪੁੱਟ ਕਿੰਨੀ ਹੋ ਗਈ 10 ਦੂਣੀ 20 ਵੋਲਟ, ਠੀਕ ਹੈ। ਸਮਝ ਲੱਗੀ ਸਾਰਿਆਂ ਨੂੰ। ਵੋਲਟੇਜ ਗੇਨ ਕੀ ਹੁੰਦਾ? ਵੋਲਟੇਜ ਗੇਨ ਹੁੰਦਾ ਆਊਟਪੁੱਟ ਵੋਲਟੇਜ ਡਿਵਾਈਡਡ ਬਾਈ ਇਨਪੁਟ ਵੋਲਟੇਜ। ਹੁਣ ਦੇਖੋ ਪਹਿਲੇ ਸਟੇਜ ਦੀ ਆਊਟਪੁੱਟ ਕਿੰਨੀ ਹੈ 10 ਵੋਲਟ, ਪਹਿਲੀ ਸਟੇਜ ਦੀ ਇਨਪੁਟ ਕਿੰਨੀ ਹੈ 5 ਵੋਲਟ, ਤਾਂ 10/5 ਕਿੰਨਾ ਹੋ ਗਿਆ 2। ਤਾਂ ਉਹ ਕਿੰਨਾ ਗੇਨ ਕੀ ਹੋ ਗਿਆ ਪਹਿਲੀ ਸਟੇਜ ਦਾ 2 ਵੋਲਟ, ਠੀਕ ਹੈ। ਅਤੇ ਹੁਣ ਸੈਕਿੰਡ ਸਟੇਜ ਦੀ ਆਊਟਪੁੱਟ ਕਿੰਨੀ ਹੈ 20 ਵੋਲਟ, ਸੈਕਿੰਡ ਸਟੇਜ ਦੀ ਇਨਪੁਟ ਕਿੰਨੀ ਹੈ 10 ਵੋਲਟ, ਤਾਂ 20/10 ਗੇਨ ਕਿੰਨਾ ਹੋਇਆ ਸੈਕਿੰਡ ਸਟੇਜ ਦਾ 2 ਵੋਲਟ, ਠੀਕ ਹੈ। ਓਕੇ ਚਲੋ ਆਪਾਂ ਹੁਣ ਨੈਕਸਟ ਚੱਲਦੇ ਹਾਂ। ਨੈਕਸਟ ਸਲਾਈਡ 'ਤੇ ਹੋ ਗਿਆ ਡਾਇਗਰਾਮ ਆਫ 2 ਸਟੇਜ RC ਕਪਲਡ ਐਂਪਲੀਫਾਇਰ। ਹੁਣ ਆਪਾਂ ਇਹਦੀ ਕੰਸਟਰਕਸ਼ਨ ਬਾਰੇ ਪੜ੍ਹਾਂਗੇ। ਵੈਸੇ ਤਾਂ ਆਲਰੇਡੀ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਿਆ ਕੰਸਟਰਕਸ਼ਨ 'ਚ ਕੀ ਕੁਛ ਲੱਗਿਆ ਹੁੰਦਾ ਇਹਦੇ 'ਚ, ਠੀਕ ਹੈ। 2 ਸਟੇਜਿਸ ਐਂਪਲੀਫਾਇਰ ਸਰਕਟ ਹੈਜ਼ 2 ਟਰਾਂਜ਼ਿਸਟਰ, 2 ਟਰਾਂਜ਼ਿਸਟਰ ਹੈਗੇ ਆਪਣੇ ਕੋਲੇ, ਠੀਕ ਹੈ, ਜਿਹੜੇ ਕਿ ਕਿਹੜੇ ਕਨਫੀਗਰੇਸ਼ਨ ਦੇ ਵਿੱਚ ਲੱਗੇ ਹੋਣਗੇ ਕਾਮਨ ਇਮੀਟਰ ਕਨਫੀਗਰੇਸ਼ਨ ਦੇ ਵਿੱਚ ਲੱਗੇ ਹੋਏ ਨੇ। ਕਾਮਨ ਇਮੀਟਰ ਸਮਝ ਰਹੇ ਹੋ ਤੁਸੀਂ ਕੀ ਹੁੰਦਾ? ਕਾਮਨ ਇਮੀਟਰ ਹੁੰਦਾ, ਦੇਖੋ ਇਨਪੁਟ ਆਪਾਂ ਕਿੱਥੇ ਕਿੱਥੇ ਅਪਲਾਈ ਕੀਤੀ ਹੋਈ ਹੈ ਬੇਸ ਟਰਮੀਨਲ 'ਤੇ ਐਂਡ ਇਮੀਟਰ ਟਰਮੀਨਲ 'ਤੇ, ਠੀਕ ਹੈ। ਆਊਟਪੁੱਟ ਕਿੱਥੋਂ ਕਿੱਥੋਂ ਲੈ ਰਹੇ ਹਾਂ ਕਲੈਕਟਰ ਟਰਮੀਨਲ 'ਤੇ ਐਂਡ ਇਮੀਟਰ ਟਰਮੀਨਲ 'ਤੇ, ਇਸ 'ਤੇ, ਠੀਕ ਹੈ। ਹੁਣ ਇਨਪੁਟ ਆਪਾਂ ਬੇਸ ਮੀਟਰ 'ਤੇ ਅਪਲਾਈ ਕੀਤੀ ਹੈ, ਆਊਟਪੁੱਟ ਆਪਾਂ ਕਲੈਕਟਰ ਮੀਟਰ ਤੋਂ ਲੈ ਰਹੇ ਹਾਂ। ਤਾਂ ਆਪਣੇ ਕੋਲ ਇਹਨਾਂ 'ਚ ਕਾਮਨ ਕੀ ਚੀਜ਼ ਹੋ ਗਿਆ ਇਮੀਟਰ ਟਰਮੀਨਲ ਨਾ, ਠੀਕ ਹੈ। ਜਿਹੜਾ ਟਰਾਂਜ਼ਿਸਟਰ ਦਾ ਜਿੱਥੇ ਤੀਰ ਲੱਗਿਆ ਹੋਇਆ ਨਾ ਇਹ ਇਮੀਟਰ ਟਰਮੀਨਲ ਹੁੰਦਾ, ਠੀਕ ਹੈ। ਹੁਣ ਮਤਲਬ ਇਸੇ ਕਰਕੇ ਇਹਨੂੰ ਕਾਮਨ ਇਮੀਟਰ ਕਨਫੀਗਰੇਸ਼ਨ ਕਹਿੰਦੇ ਆ। ਸਿੰਪਲ ਹੈ, ਸਮਝ ਆ ਗਈ। ਹੁਣ ਆਪਾਂ ਪੜ੍ਹਨਾ ਹੈ ਮਤਲਬ ਇਹ ਕਾਮਨ ਇਮੀਟਰ ਕਨਫੀਗਰੇਸ਼ਨ ਦੇ ਵਿੱਚ ਕਨੈਕਟਡ ਹੁੰਦੇ ਅਤੇ ਕਾਮਨ ਪਾਵਰ ਸਪਲਾਈ ਦਿੱਤੀ ਹੁੰਦੀ ਹੈ, ਠੀਕ ਹੈ। VCC ਯੂਜ਼ ਕੀਤੀ ਹੋਈ ਹੈ ਆਪਾਂ ਸਰਕਟ ਦੇ ਵਿੱਚ, ਆਹ ਦੇਖੋ ਉੱਪਰ, ਠੀਕ ਹੈ। ਦਿਸ ਇਜ਼ ਕਾਲਡ ਐਜ਼ ਪਾਵਰ ਸਪਲਾਈ। 12 ਵੋਲਟ ਦੀ VCC ਸਪਲਾਈ ਦੇ ਦਿੰਦੇ ਆਪਾਂ ਇਹਨੂੰ, ਠੀਕ ਹੈ। ਹੁਣ ਦੇਖੋ ਪੋਟੈਂਸ਼ੀਅਲ ਡਿਵਾਈਡਰ ਨੈਟਵਰਕ R1 ਐਂਡ R2 ਐਂਡ ਰਜਿਸਟਰ RE ਫॉर्म ਦਾ ਬਾਈਸਿੰਗ ਐਂਡ ਸਟੇਬਲਾਈਜੇਸ਼ਨ ਨੈਟਵਰਕ। ਇਹਨੇ ਬਾਈਸਿੰਗ ਪ੍ਰੋਵਾਈਡ ਕਰਤੀ R1 ਐਂਡ R2 ਨੇ ਐਂਡ ਰਜਿਸਟਰ RE ਨੇ। The emitter bypass capacitor CE offer a low reactance path to the signal, ठीक है। emitter bypass capacitor ਜਿਹੜਾ ਆ CE ਹੈ ਇਹਨੇ ਕੀ ਕੀਤਾ low reactance path ਦੇਤਾ ਸਿਗਨਲ ਨੂੰ, ਠੀਕ ਹੈ। ਮਤਲਬ ਸਿਗਨਲ ਬਾਈਪਾਸ ਹੋ ਜੇ CE ਕਪੈਸਿਟਰ ਦੇ ਥਰੂ। ਇਹ ਆਪਾਂ ਜਦੋਂ ਸਮੋਲ ਸਿਗਨਲ ਮਾਡਲ ਪੜ੍ਹਦੇ ਆ ਨਾ ਉਹਦੇ 'ਚ ਕੰਮ ਆਉਂਦਾ ਟਰਾਂਜ਼ਿਸਟਰ ਦਾ, ਠੀਕ ਹੈ। ਹੁਣ ਅੱਗੇ ਹੈਗਾ ਰਜਿਸਟਰ RL ਇਜ਼ ਯੂਜ਼ਡ ਐਜ਼ ਲੋਡ ਇੰਪੀਡੈਂਸ। ਆਪਾਂ ਤਾਂ ਦੇਖ ਲੈਂਦੇ ਹਾਂ ਦਿਸ ਰਜਿਸਟਰ RL, ਠੀਕ ਹੈ। ਇਹਨੂੰ ਆਪਾਂ ਕੀ ਯੂਜ਼ ਕਰਦੇ ਹਾਂ ਐਜ਼ ਏ ਲੋਡ ਰਜਿਸਟਰ, ਲੋਡ ਇੰਪੀਡੈਂਸ, ਠੀਕ ਹੈ। ਲੋਡ ਇੰਪੀਡੈਂਸ ਮਤਲਬ ਜਿੱਥੋਂ ਆਪਾਂ ਆਊਟਪੁੱਟ ਲੈਣੀ ਹੁੰਦੀ ਹੈ ਉਹਨੂੰ ਆਪਾਂ ਲੋਡ ਇੰਪੀਡੈਂਸ ਕਹਿੰਦੇ ਹਾਂ, ਠੀਕ ਹੈ। ਲੋਡਿੰਗ ਰਜਿਸਟਰ ਵੀ ਕਹਿ ਦਿੰਦੇ ਹਾਂ ਇਹਨੂੰ। ਜਿੱਥੇ ਮਤਲਬ ਸਮਝ ਗਏ ਤੁਸੀਂ ਨਾ, ਮਤਲਬ ਜਿੱਥੇ ਆਪਾਂ ਨੂੰ ਆਊਟਪੁੱਟ ਲੈਣੀ ਹੈ ਜਾਂ ਲੋਡ ਲੈਣਾ ਹੈ ਉਹਨੂੰ ਆਪਾਂ ਲੋਡ ਇੰਪੀਡੈਂਸ ਕਹਿ ਦਿੰਦੇ ਹਾਂ। ਹੁਣ ਇਨਪੁਟ ਕਪੈਸਿਟਰ Cin ਪ੍ਰੈਜੈਂਟ ਐਟ ਦਾ ਇਨੀਸ਼ੀਅਲ ਸਟੇਜ ਆਫ ਐਂਪਲੀਫਾਇਰ ਕਪਲਡ AC ਸਿਗਨਲ ਟੂ ਬੇਸ ਆਫ ਟਰਾਂਜ਼ਿਸਟਰ, ਠੀਕ ਹੈ। ਜਿਹੜਾ ਇਨਪੁਟ ਕਪੈਸਿਟਰ Cin ਹੈ ਆਹ ਵਾਲਾ, ਇਹ ਕੀ ਕਰਦਾ AC ਨੂੰ ਕਪਲ ਕਰਦਾ ਇਨਪੁਟ ਤੋਂ, AC ਨੂੰ ਟਰਾਂਜ਼ਿਸਟਰ ਦੇ ਆਹ ਬੇਸ ਟਰਮੀਨਲ 'ਤੇ ਭੇਜ ਦਿੰਦਾ, ਠੀਕ ਹੈ। ਅਤੇ ਦ ਕਪੈਸਿਟਰ CC ਇਜ਼ ਦਾ ਕਪਲਿੰਗ ਕਪੈਸਿਟਰ ਦੈਟ ਕਨੈਕਟਸ 2 ਸਟੇਜਿਸ ਐਂਡ ਪ੍ਰੀਵੈਂਟ DC ਇੰਟਰਫੇਰੈਂਸ ਬਿਟਵੀਨ ਸਟੇਜਿਸ ਐਂਡ ਕੰਟਰੋਲ ਦਾ ਸ਼ਿਫਟ ਆਫ ਆਪਰੇਟਿੰਗ ਪੁਆਇੰਟ। ਦੇਖੋ ਜਿਹੜਾ ਕਪੈਸਿਟਰ CC ਹੈ, CC ਦਾ ਕੰਮ ਕੀ ਹੈ, ਇੱਕ ਤਾਂ ਇਹਨੇ ਪਹਿਲੀ ਸਟੇਜ ਦੀ ਆਊਟਪੁੱਟ ਨੂੰ ਦੂਜੀ ਸਟੇਜ ਦੀ ਇਨਪੁੱਟ ਨਾਲ ਕਪਲ ਕਰਨਾ, ਠੀਕ ਹੈ, ਇੱਧਰ ਨੂੰ ਕਪਲ ਹੋ ਗਿਆ। ਦੂਸਰਾ ਕੰਮ ਕੀ ਇਹਨੇ DC ਬਲੌਕ ਕਰਨਾ, DC ਸਿਗਨਲ ਨੂੰ ਕੀ ਕਰਨਾ ਪਾਸ ਨਹੀਂ ਹੋਣ ਦੇਣਾ।
ਸਿੰਪਲ ਹੈ, ਠੀਕ ਹੈ। ਤੇ ਤੀਸਰਾ ਕੰਮ ਕੀ ਹੈ, ਇਹਨੇ ਕਿਊ ਪੁਆਇੰਟ ਨੂੰ, ਆਪਰੇਟਿੰਗ ਪੁਆਇੰਟ ਨੂੰ ਕਿਊ ਪੁਆਇੰਟ ਵੀ ਕਹਿੰਦੇ ਆ, ਉਹਨੂੰ ਸ਼ਿਫਟ ਹੋਣ ਤੋਂ ਕੰਟਰੋਲ ਕਰਨਾ, ਠੀਕ ਹੈ। ਹੁਣ ਆਪਣੇ ਕੋਲ ਆਪਰੇਸ਼ਨ ਹੈ, ਆਪਰੇਸ਼ਨ ਤੁਹਾਨੂੰ ਦੱਸ ਹੀ ਦਿੱਤਾ, ਜਦੋਂ ਆਪਾਂ ਕੋਈ ਵੀ ਏਸੀ ਇਨਪੁਟ ਸਿਗਨਲ ਅਪਲਾਈ ਕਰਦੇ ਹਾਂ ਬੇਸ ਆਫ ਫਸਟ ਟਰਾਂਜ਼ਿਸਟਰ, ਪਹਿਲਾ ਟਰਾਂਜ਼ਿਸਟਰ ਨਾ ਪਹਿਲੀ ਸਟੇਜ ਦਾ, ਉਹਦੇ ਬੇਸ 'ਤੇ ਜਦੋਂ ਆਪਾਂ ਏਸੀ ਸਿਗਨਲ ਅਪਲਾਈ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਕੀ ਲੱਗਿਆ ਹੋਇਆ, ਕਪੈਸਿਟਰ ਲੱਗਿਆ ਹੋਇਆ ਸੀ ਇਨ, ਜਿਹੜਾ ਕੀ ਕਰੂਗਾ, ਬਲੌਕ ਕਰੂਗਾ ਡੀਸੀ ਕੰਪੋਨੈਂਟ ਨੂੰ ਫॉर ਇਨਪੁਟ ਸਿਗਨਲ ਐਂਡ ਪਾਸ ਇੰਟਾਇਰ ਏਸੀ ਪਾਰਟ ਟੂ ਦਾ ਇਨਪੁਟ ਆਫ ਦਾ ਐਂਪਲੀਫਾਇਰ। ਤੇ ਇਨਪੁਟ ਸਿਗਨਲ ਦਾ ਜਿਹੜਾ ਏਸੀ ਪਾਰਟ ਹੋਊਗਾ ਨਾ, ਉਹਨੂੰ ਐਂਪਲੀਫਾਇਰ ਦੀ ਇਨਪੁਟ 'ਤੇ ਪਾਸ ਕਰ ਦੂਗਾ, ਮਤਲਬ ਬੇਸ ਟਰਮੀਨਲ 'ਤੇ ਪਾਸ ਕਰ ਦੂਗਾ, ਠੀਕ ਹੈ। ਸੈਕਿੰਡ ਪੁਆਇੰਟ ਕੀ ਹੈ, ਸਿਗਨਲ ਗੈਟਸ ਐਂਪਲੀਫਾਈਡ, ਫਿਰ ਉਹ ਫਸਟ ਟਰਾਂਜ਼ਿਸਟਰ ਕੀ ਕਰੂਗਾ, ਸਿਗਨਲ ਨੂੰ ਐਂਪਲੀਫਾਈ ਕਰ ਦੂਗਾ ਐਂਡ ਉਹ ਐਂਪਲੀਫਾਈ ਹੋਣ ਤੋਂ ਬਾਅਦ ਜਿਹੜਾ ਸਿਗਨਲ ਆ ਉਹ ਅਪੀਅਰ ਕਿੱਥੇ ਹੋਊਗਾ, ਸ਼ੋ ਕਿੱਥੇ ਹੋਊਗਾ, ਕਲੈਕਟਰ ਲੋਡ ਰਜਿਸਟਰ 'ਤੇ, ਠੀਕ ਹੈ, ਕਲੈਕਟਰ ਟਰਮੀਨਲ 'ਤੇ ਟਰਾਂਜ਼ਿਸਟਰ ਦੇ, ਵਿਚ ਇਜ਼ ਦੈਨ ਪਾਸਡ ਥਰੂ ਕਪਲਿੰਗ ਕਪੈਸਿਟਰ ਸੀ ਟੂ ਦਾ ਨੈਕਸਟ ਸਟੇਜ। ਫਿਰ ਉੱਥੋਂ ਸਿਗਨਲ ਜਿਹੜਾ ਪਹਿਲੀ ਸਟੇਜ ਦੀ ਆਊਟਪੁੱਟ ਤੋਂ ਦੂਜੀ ਸਟੇਜ ਦੀ ਇਨਪੁਟ 'ਤੇ ਚਲਾ ਜਾਊਗਾ, ਕਾਦੇ ਥਰੂ, ਕਪਲਿੰਗ ਕਪੈਸਿਟਰ ਥਰੂ, ਠੀਕ ਹੈ, ਸਮਝ ਆ ਗਈ, ਕਪਲਿੰਗ ਕਪੈਸਿਟਰ ਦੇ ਥਰੂ ਪਾਸ ਹੋ ਜਾਊਗਾ। ਦਿਸ ਬਿਕਮਸ ਦਾ ਇਨਪੁਟ ਆਫ ਦਾ ਨੈਕਸਟ ਸਟੇਜ, ਠੀਕ ਹੈ। ਹੁਣ ਪਹਿਲੀ ਸਟੇਜ ਦੀ ਆਊਟਪੁੱਟ ਬਣ ਗਈ ਜਿਹੜੀ, ਉਹ ਇਨਪੁਟ ਬਣ ਜੂਗੀ ਨੈਕਸਟ ਸਟੇਜ ਦੀ, whose amplified output again appear across its collector load। ਫਿਰ ਨੈਕਸਟ ਸਟੇਜ ਕੀ ਕਰੂਗਾ, ਟਰਾਂਜ਼ਿਸਟਰ ਸੇਮ ਐਂਪਲੀਫਾਈ ਕਰ ਦੂਗਾ, ਉਹ ਐਂਪਲੀਫਾਈਡ ਆਊਟਪੁੱਟ ਕਿੱਥੇ ਸ਼ੋ ਹੋਊਗੀ ਆਪਾਂ ਨੂੰ, ਕਲੈਕਟਰ ਲੋਡ ਟਰਮੀਨਲ 'ਤੇ, ਠੀਕ ਹੈ, ਸੈਕਿੰਡ ਸਟੇਜ ਦੇ। ਦਸ ਦਾ ਸਿਗਨਲ ਇਜ਼ ਐਂਪਲੀਫਾਈਡ ਇਨ ਸਟੇਜ ਬਾਏ ਸਟੇਜ ਐਕਸ਼ਨ, ਇਸੇ ਕਰਕੇ ਆਪਣੇ ਕੋਲ ਸਿਗਨਲ ਜਿਹੜਾ ਉਹ ਐਂਪਲੀਫਾਈ ਹੋ ਜਾਊਗਾ ਸਟੇਜ ਬਾਏ ਸਟੇਜ, ਠੀਕ ਹੈ। ਹੁਣ ਕਪੈਸਿਟਰ ਸੀ ਦਾ ਕੰਮ ਕੀ ਹੈ, ਜਿਹੜਾ ਕਪਲਿੰਗ ਕਪੈਸਿਟਰ ਹੈ ਉਹਦੇ ਦੋ ਕੰਮ ਹੈ, ਇੱਕ ਤਾਂ ਇਹ ਬਲੌਕ ਕਰਨਾ ਹੈ, ਇਟ ਬਲੌਕ ਦਾ ਡੀਸੀ ਕੰਪੋਨੈਂਟ, ਦੇਅਰ ਬਾਏ ਡੀਸੀ ਕਰੰਟ ਵਿਲ ਨਾਟ ਰੀਚ ਫਰੋਮ ਆਊਟਪੁੱਟ ਆਫ ਫਸਟ ਸਟੇਜ ਟੂ ਦਾ ਨੈਕਸਟ ਸਟੇਜ, ਠੀਕ ਹੈ। ਮਤਲਬ ਆਪਣਾ ਡੀਸੀ ਕਰੰਟ ਹੈ ਜਿਹੜਾ ਉਹ ਪਹਿਲੀ ਸਟੇਜ ਦੀ ਆਊਟਪੁੱਟ ਤੋਂ ਦੂਸਰੀ ਸਟੇਜ ਦੀ ਇਨਪੁਟ 'ਤੇ ਨਾ ਚਲਾ ਜਾਵੇ, ਤਾਂ ਕਰਕੇ ਆਪਾਂ ਇਹਨੂੰ ਬਲੌਕ ਕਰ ਦੂਗਾ ਕਪੈਸਿਟਰ ਸੀ, ਕਪਲਿੰਗ ਕਪੈਸਿਟਰ, ਠੀਕ ਹੈ। ਦੂਸਰਾ ਕੀ ਹੈ ਕੰਮ, ਇਹਦਾ ਫੰਕਸ਼ਨ, ਇਹ ਕਪਲ ਕਰੂਗਾ ਇੰਟਾਇਰ એનર્ਜੀ, ਮਤਲਬ ਪਹਿਲੀ ਸਟੇਜ ਦੀ ਆਊਟਪੁੱਟ ਦਾ ਜਿਹੜਾ ਸਿਗਨਲ ਹੈ ਆਊਟਪੁੱਟ 'ਤੇ ਆਊਗਾ, ਉਹਨੂੰ ਦੂਜੀ ਸਟੇਜ 'ਤੇ ਭੇਜੂਗਾ ਵੀ ਇਹੀ, ਇਹਦੇ ਥਰੂ ਹੀ ਜਾਊਗਾ ਨਾ ਸਿਗਨਲ, ਕਪਲਿੰਗ ਕਪੈਸਿਟਰ ਥਰੂ। ਇੱਕ ਵਾਰ ਆਪਾਂ ਡਾਇਗਰਾਮ ਦੁਬਾਰਾ ਦੇਖਦੇ ਹਾਂ, ਠੀਕ ਹੈ। ਆ ਦੇਖੋ ਕਪਲਿੰਗ ਕਪੈਸਿਟਰ ਦਾ ਕੰਮ ਕੀ ਹੈ, ਠੀਕ ਹੈ, ਮਤਲਬ ਇਹਨੇ ਕੀ ਕਰਨਾ, ਇੱਥੋਂ ਇੱਕ ਤਾਂ ਸਿਗਨਲ ਨੂੰ ਪਾਸ ਕਰਨਾ ਦੂਸਰੀ ਸਟੇਜ 'ਚ, ਠੀਕ ਹੈ। ਇੱਕ ਇਹਨੇ ਇੱਥੇ ਕੋਈ ਵੀ ਏਸੀ, ਮਤਲਬ ਜੇ ਬਾਈ ਚਾਂਸ ਡੀਸੀ ਸਿਗਨਲ ਆ ਗਿਆ ਇੱਥੇ ਪਹਿਲੀ ਸਟੇਜ ਦੀ ਆਊਟਪੁੱਟ 'ਤੇ, ਤਾਂ ਮਤਲਬ ਪਲੱਸ ਏਸੀ ਹੋ ਗਿਆ, ਡੀਸੀ ਪਲੱਸ ਏਸੀ ਹੋ ਗਿਆ, ਤਾਂ ਇਹਨੇ ਕੀ ਕਰਨਾ, ਸਿਰਫ ਏਸੀ ਪਾਸ ਕਰ ਦੇਣਾ, ਠੀਕ ਹੈ। ਸਮਝ ਗਏ ਨਾ, ਸਿੰਪਲ ਜੀ ਹੈ ਗੱਲ ਹੈ। ਹੁਣ ਆਪਰੇਸ਼ਨ ਹੋ ਗਿਆ, ਹੁਣ ਆਪਾਂ ਪੜਾਂਗੇ ਐਡਵਾਂਟੇਜਸ ਕੀ ਹੁੰਦੀਆਂ। ਐਡਵਾਂਟੇਜ ਹੁੰਦਾ ਇਹਦਾ ਫ੍ਰੀਕੁਐਂਸੀ ਰਿਸਪੌਂਸ ਹੁੰਦਾ ਜਿਹੜਾ ਉਹ ਵਾਈਡ ਹੁੰਦਾ, ਠੀਕ ਹੈ। ਫੋਰ ਐਗਜ਼ਾਮਪਲ ਇਹਦਾ ਇਸ ਤਰ੍ਹਾਂ ਫ੍ਰੀਕੁਐਂਸੀ ਰਿਸਪੌਂਸ ਦਾ ਡਾਇਗਰਾਮ ਹੁੰਦਾ, ਠੀਕ ਹੈ। ਇੱਧਰ ਹੁੰਦਾ ਵੋਲਟੇਜ ਗੇਨ ਆਪਣੇ ਕੋਲੇ, ਇੱਧਰ ਹੁੰਦੀ ਹੈ ਫ੍ਰੀਕੁਐਂਸੀ, ਠੀਕ ਹੈ। ਹੁਣ ਆਹ ਇਹਦਾ ਫ੍ਰੀਕੁਐਂਸੀ ਰਿਸਪੌਂਸ ਕਰਵ ਹੁੰਦਾ, ਠੀਕ ਹੈ, ਇਹਨੂੰ ਕਹਿੰਦੇ ਆ ਬੈਂਡਵਿਡਥ, ਠੀਕ ਹੈ। ਫਲੈਟ ਹੁੰਦਾ ਇਹਦਾ ਫ੍ਰੀਕੁਐਂਸੀ ਰਿਸਪੌਂਸ, ਮਤਲਬ ਕੀ ਹੈ, ਇਹਦੇ 'ਚ ਮੈਕਸੀਮਮ ਸਿਗਨਲ ਆਪਣਾ ਐਂਪਲੀਫਾਈ ਹੋ ਜਾਊਗਾ ਅਤੇ ਡਿਸਟੋਰਸ਼ਨ ਜਿਹੜੀ ਹੋਊਗੀ ਉਹ ਘੱਟ ਹੋਊਗੀ, ਠੀਕ ਹੈ। ਦੂਸਰਾ ਪੁਆਇੰਟ ਕੀ ਹੈ, ਇਹਦੀ ਕੋਸਟ ਲੋ ਹੋਊਗੀ, ਕਿਉਂ ਹੋਊਗੀ, ਕਿਉਂਕਿ ਇਹਦੇ 'ਚ ਇਕੱਲੇ ਰਜਿਸਟਰ ਅਤੇ ਕਪੈਸਿਟਰ ਯੂਜ਼ ਕਰਦੇ ਹਾਂ ਆਪਾਂ। ਥਰਡ ਕੀ ਹੈ, ਸਰਕਿਟ ਹੈ ਜਿਹੜਾ ਉਹ ਕੰਪੈਕਟ ਹੋਊਗਾ, ਮਤਲਬ ਸਰਕਿਟ ਜਿਹੜਾ ਛੋਟਾ ਹੋਊਗਾ, ਠੀਕ ਹੈ। ਕੰਪੈਕਟ ਮਤਲਬ ਸਾਈਜ਼ ਉਹਦਾ ਛੋਟਾ ਹੋਊਗਾ, ਠੀਕ ਹੈ। ਚਲੋ ਨੈਕਸਟ ਚੱਲਦੇ ਹਾਂ। ਡਿਸਐਡਵਾਂਟੇਜ ਕੀ ਹੈ, ਇਹਦਾ ਜਿਹੜਾ ਲੋ ਵੋਲਟੇਜ ਐਂਡ ਲੋ ਪਾਵਰ ਗੇਨ, ਆਰਸੀ ਕਪਲਡ ਐਂਪਲੀਫਾਇਰ ਦਾ ਜਿਹੜਾ ਵੋਲਟੇਜ ਗੇਨ ਹੋਊਗਾ ਅਤੇ ਪਾਵਰ ਗੇਨ ਹੋਊਗਾ ਉਹ ਘੱਟ ਹੋਊਗਾ, ਠੀਕ ਹੈ। ਦੇ ਬਿਕਮ ਨੋਇਸੀ ਵਿਦ ਏਜ, ਜਿਵੇਂ ਜਿਵੇਂ ਇਹਨਾਂ ਦੀ ਏਜ ਹੁੰਦੀ ਜਾਊਗੀ ਐਂਪਲੀਫਾਇਰ ਦੀ, ਤਾਂ ਇਹ ਨੋਇਸੀ ਹੁੰਦੇ ਜਾਣਗੇ, ਇਹਦੀ ਡਰੋਬੈਕ ਹੈ ਇਹ। ਥਰਡ ਪੁਆਇੰਟ ਕੀ ਹੈ, ਇੰਪੀਡੈਂਸ ਮੈਚਿੰਗ ਇਜ਼ ਪੂਅਰ। ਇੰਪੀਡੈਂਸ ਮੈਚਿੰਗ ਸਮਝਦੇ ਹੋ ਤੁਸੀਂ, ਮਤਲਬ ਪਹਿਲੀ ਸਟੇਜ ਦੀ ਆਊਟਪੁੱਟ ਤੋਂ ਸਿਗਨਲ ਦੂਜੀ ਸਟੇਜ ਦੀ ਇਨਪੁਟ 'ਤੇ ਜਾਂਦਾ ਨਾ ਜਦੋਂ, ਠੀਕ ਹੈ, ਉਹ ਸਿਗਨਲ ਨੂੰ ਪਹਿਲੀ ਸਟੇਜ ਦੀ ਆਊਟਪੁੱਟ 'ਤੇ ਜਿੰਨਾ ਸਿਗਨਲ ਆਇਆ ਉਹ ਪੂਰੇ ਦਾ ਪੂਰਾ ਦੂਜੀ ਸਟੇਜ ਦੀ ਇਨਪੁਟ 'ਤੇ ਜਾਣਾ ਚਾਹੀਦਾ, ਠੀਕ ਹੈ। ਉਸ ਚੀਜ਼ ਨੂੰ ਕਹਿੰਦੇ ਇੰਪੀਡੈਂਸ ਮੈਚਿੰਗ ਪਰਫੈਕਟ ਹੈ,
ਬਟ ਜੇ ਇੰਪੀਡੈਂਸ ਮੈਚਿੰਗ ਨਾ ਹੋਵੇ ਤਾਂ ਪਹਿਲੀ ਸਟੇਜ ਦੀ ਆਊਟਪੁੱਟ ਤੇ ਫੋਰ ਐਗਜ਼ਾਮਪਲ ਆਪਣੇ ਕੋਲੇ 8 ਵੋਲਟ ਆਇਆ, ਠੀਕ ਹੈ, ਮਤਲਬ ਫੋਰ ਐਗਜ਼ਾਮਪਲ ਆਪਣੇ ਕੋਲੇ ਚਲੋ 10 ਵੋਲਟ ਲਗਾ ਲਓ, 8 ਛੱਡੋ ਤੁਸੀਂ, ਠੀਕ ਹੈ, ਪਹਿਲੀ ਸਟੇਜ ਦੀ ਆਊਟਪੁੱਟ ਤੇ ਆਪਣੇ ਕੋਲੇ 10 ਵੋਲਟ ਆਇਆ। ਜੇ ਉਹ ਪ੍ਰੋਪਰ ਇੰਪੀਡੈਂਸ ਮੈਚਿੰਗ ਨਾ ਹੋਈ ਨਾ ਤਾਂ ਉਹਨੇ ਅਗਲੀ ਸਟੇਜ ਨੂੰ ਸਿਰਫ 9 ਵੋਲਟ ਹੀ ਦੇਣੀ ਹੈ, ਠੀਕ ਹੈ। 9 ਵੋਲਟ ਦੇਤਾ ਤਾਂ ਆਪਣਾ ਕੀ ਆ, ਨੈਕਸਟ ਸਟੇਜ ਨੇ ਕਿੰਨਾ ਐਂਪਲੀਫਾਈ ਕਰ ਦੇਣਾ, 9 ਨੂੰ 2 ਜੇ ਗੇਨ ਹੋਇਆ ਉਹਦਾ ਤਾਂ ਆਪਣੇ ਕੋਲ ਸਿਰਫ 18 ਵੋਲਟ ਹੀ ਜਾਊਗੀ ਆਊਟਪੁੱਟ ਤੇ। ਦੂਸਰੀ ਸਟੇਜ ਦੀ ਆਊਟਪੁੱਟ ਤੇ ਆਪਾਂ ਨੂੰ ਚਾਹੀਦੀ ਕਿੰਨੀ ਸੀਗੀ, 20 ਵੋਲਟ, ਠੀਕ ਹੈ। ਦੇਖੋ ਸਿਗਨਲ ਘਟ ਗਿਆ ਨਾ, ਇਹ ਹੁੰਦਾ ਇੰਪੀਡੈਂਸ ਮੈਚਿੰਗ ਜੇ ਪੂਅਰ ਹੋਵੇ, ਠੀਕ ਹੈ, ਉਹਦੀ ਡਰੋਬੈਕ। ਹੁਣ ਆਪਣੇ ਕੋਲ ਨੈਕਸਟ ਹੈ ਐਪਲੀਕੇਸ਼ਨ। ਐਪਲੀਕੇਸ਼ਨ ਇਹਨੂੰ ਆਪਾਂ ਪਬਲਿਕ ਐਡਰੈਸ ਐਂਪਲੀਫਾਇਰ ਸਿਸਟਮ ਦੇ ਵਿੱਚ ਯੂਜ਼ ਕਰਦੇ ਹਾਂ। ਉਹੀ ਤੁਹਾਨੂੰ ਦੱਸਿਆ, ਪਬਲਿਕ ਐਡਰੈਸ ਐਂਪਲੀਫਾਇਰ ਉਹ ਹੁੰਦਾ ਜਿਹੜਾ ਫੰਕਸ਼ਨ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਐਂਪਲੀਫਾਇਰ, ਠੀਕ ਹੈ। ਲਾਊਡ ਸਪੀਕਰ ਲੱਗਿਆ ਹੁੰਦਾ ਜਿਹਦੇ ਨਾਲ ਮਾਈਕ ਲੱਗਿਆ ਹੁੰਦਾ। ਟੇਪ ਰਿਕਾਰਡਰ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਟੇਪ ਰਿਕਾਰਡਰ ਤੁਹਾਨੂੰ ਪਤਾ ਹੀ ਹੈ, ਜਿਵੇਂ ਆਪਣੇ ਕੋਲ ਘਰੇ ਡੈਕ ਹੁੰਦਾ, ਸੀਡੀਜ਼ ਹੁੰਦੀਆਂ ਹੈ ਨਾ, ਟੇਪ ਰਿਕਾਰਡਰ ਵੈਸੇ ਮੇਨ ਤਾਂ ਡੈਕ ਨੂੰ ਕਹਿੰਦੇ ਆ, ਠੀਕ ਹੈ। ਉਹਦੇ ਵਿੱਚ ਵੀ ਐਂਪਲੀਫਾਇਰ ਹੁੰਦਾ ਕਿਉਂਕਿ ਤਾਂ ਉਹਦੇ ਵਿੱਚ ਵੀ ਸਪੀਕਰ ਲੱਗੇ ਹੁੰਦੇ ਆ। ਸਪੀਕਰਾਂ ਦੇ ਵਿੱਚ ਆਵਾਜ਼ ਜ਼ਿਆਦਾ ਤਾਂ ਹੀ ਆਊਗੀ ਜੇ ਕੋਈ ਐਂਪਲੀਫਾਇਰ ਲੱਗਿਆ ਹੋਊਗਾ ਵਿੱਚ, ਠੀਕ ਹੈ। ਬਸ ਉਹ ਕੀ ਕਰਦਾ, ਟੇਪ ਰਿਕਾਰਡਰ ਰਿਕਾਰਡਿੰਗ ਨੂੰ ਪਲੇ ਕਰਦਾ, ਫ਼ਰਕ ਇੰਨਾ ਹੁੰਦਾ। ਅਤੇ ਜਿਹੜਾ ਪਬਲਿਕ ਐਡਰੈਸ ਸਿਸਟਮ ਹੁੰਦਾ ਉਹਦੇ 'ਚ ਮਾਈਕ ਲੱਗਿਆ ਹੁੰਦਾ, ਉਹਦੇ 'ਚ ਆਪਾਂ ਬੋਲਦੇ ਹਾਂ ਉਹਨੂੰ ਐਂਪਲੀਫਾਈ ਕਰਦਾ। ਟੇਪ ਰਿਕਾਰਡਰ 'ਚ ਜਿਹੜਾ ਰਿਕਾਰਡਿੰਗ ਚੱਲ ਰਹੀ ਹੁੰਦੀ ਉਹਨੂੰ ਐਂਪਲੀਫਾਈ ਕਰਦਾ, ਠੀਕ ਹੈ। ਥਰਡ ਪੁਆਇੰਟ, RC ਕਪਲਡ ਐਂਪਲੀਫਾਇਰ ਹੈ ਬੇਸਿਕਲੀ ਯੂਜ਼ਡ ਐਜ਼ ਆਡੀਓ ਐਂਪਲੀਫਾਇਰ। ਸਿੰਪਲ ਹੈ, ਇਹਨੂੰ ਐਜ਼ ਏ ਆਡੀਓ ਐਂਪਲੀਫਾਇਰ ਯੂਜ਼ ਕਰਦੇ ਆ। ਸਮਝ ਆ ਗਈ ਸਾਰਿਆਂ ਨੂੰ? ਥੈਂਕ ਯੂ।